हाँ जी, गुड मॉर्निंग स्टूडेंट्स। आई होप ਤੁਸੀਂ ਬਹੁਤ ਵਧੀਆ ਹੋਵੋਗੇ। ਆਈ ਐਮ ਮਨੀਸ਼ਾ ਰਾਠੌਰ, ਵੈਲਕਮ ਯੂ ਔਨ ਗਿਆਨਮ ਪੰਜਾਬ ਪਲੇਟਫਾਰਮ। ਤੇ ਜਿਵੇਂ ਕਿ ਤੁਸੀਂ ਮੇਰੇ YouTube ਤੇ ਬੈਕਗ੍ਰਾਉਂਡ ਤੇ ਦੇਖ ਹੀ ਸਕਦੇ ਹੋ ਕਿ ਅੱਜ ਦਾ ਲੈਕਚਰ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ, ਖਾਸ ਕਰਕੇ ਲੈਕਚਰ ਕੈਡਰ ਤੇ ਮਾਸਟਰ ਕੈਡਰ ਦੇ ਬੱਚਿਆਂ ਦੇ ਲਈ ਜੋ ਕਿ ਆਪਣੀ ਤਿਆਰੀ ਜੋਰਾਂ ਸ਼ੋਰਾਂ ਨਾਲ ਕਰ ਹੀ ਰਹੇ ਨੇ। ਲੈਕਚਰ ਕੈਡਰ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿ ਪੇਪਰ ਉਹਨਾਂ ਦੇ ਸਿਰ ਤੇ ਆ ਚੁੱਕਿਆ ਹੈ, ਠੀਕ ਹੈ। ਤੇ ਅੱਜ ਆਪਣੀ ਤਿਆਰੀ ਦੇ ਵਿੱਚ ਚਾਰ ਚੰਨ ਲਾਉਣ ਦੇ ਲਈ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਸੈਸ਼ਨ ਰੱਖਿਆ ਹੈ। ਇਸ ਸੈਸ਼ਨ ਨੂੰ ਕਰਨ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਕੌਨਫੀਡੈਂਸ ਹੋ ਜਾਵੇਗਾ, ਬਿਕਾਜ਼ ਆਪਾਂ ਅੱਜ ਜੈਕੋਬੀਅਨ ਟੂ ਰੀਸਟੋਰੇਸ਼ਨ ਏਜ ਦੇ ਕੁਝ MCQs ਨੂੰ ਸੋਲਵ ਕਰਨਾ ਹੈ, ਠੀਕ ਹੈ। ਇਹ MCQs ਕਾਫੀ ਇੰਪੋਰਟੈਂਟ ਆ ਤੇ ਇਹ ਜਿੰਨੇ ਵੀ MCQs ਮੈਂ ਬਣਾਏ ਹੋਏ ਨੇ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਜਿੰਨੇ ਵੀ ਇੰਡੀਆ ਲੈਵਲ ਦੇ ਵਿੱਚ PGT ਲੈਵਲ ਦੇ ਐਗਜ਼ਾਮ ਹੁੰਦੇ ਆ ਜਾਂ ਫਿਰ ਸਟੇਟ ਲੈਕਚਰਰ ਕੈਡਰ ਦੇ ਐਗਜ਼ਾਮ ਹੁੰਦੇ ਆ, ਮਾਸਟਰ ਕੈਡਰ ਦੇ ਐਗਜ਼ਾਮ ਹੁੰਦੇ ਆ, ਉਹਨਾਂ ਦੇ ਵਿੱਚੋਂ ਪੁੱਛੇ ਗਏ ਕੁਐਸਚਨ ਜਿਹੜੇ ਆ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ। ਸੋ these are very 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 important, as you know PYQ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਆ। ਜਿਹੜਾ ਵੀ ਬੱਚਾ, ਜਿਹੜਾ ਵੀ ਐਸਪੀਰੈਂਟ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਤਾਂ PYQ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਉਹਨਾਂ ਦੀ ਤਿਆਰੀ ਦੇ ਵਿੱਚ, ਕਿਉਂਕਿ PYQ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਰਾਈਟਰ ਦੇ ਵਿੱਚੋਂ, ਕਿਉਂਕਿ ਇੱਕ ਰਾਈਟਰ ਹੈ ਉਹਨੇ ਬਹੁਤ ਸਾਰੇ ਵਰਕਸ ਲਿਖੇ ਆ, ਬਹੁਤ ਸਾਰੇ ਕੈਰੈਕਟਰਸ ਉਹਨਾਂ ਨੇ ਬਣਾਏ ਆ, ਤਾਂ ਤੁਹਾਨੂੰ ਨਹੀਂ ਸਮਝ ਆਉਂਦਾ, ਯੂ ਵਿਲ ਗੈਟ ਕਨਫਿਊਜ਼ਡ ਕਿ ਕਿੱਥੋਂ ਆਪਾਂ ਤਿਆਰੀ ਸ਼ੁਰੂ ਕਰੀਏ। ਸੋ ਉਸੇ ਦੇ ਚੱਲਦੇ ਇੱਕ ਲੈਕਚਰ ਐਵੇਂ ਦਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤੁਹਾਨੂੰ ਸਮਝ ਆ ਜਾਵੇ ਕਿ ਪਿਛਲੇ ਸਾਲਾਂ ਦੇ ਵਿੱਚ 2010 ਤੋਂ ਲੈ ਕੇ 2025 ਜਾਂ 26 ਤੱਕ ਜਿੰਨੇ ਵੀ ਐਗਜ਼ਾਮ ਹੋਏ ਨੇ ਇੰਡੀਆ ਲੈਵਲ ਦੇ ਵਿੱਚ, ਉਹਨਾਂ ਦੇ ਵਿੱਚ ਇਹਨਾਂ ਰਾਈਟਰਸ ਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਪੁੱਛੇ ਗਏ ਆ, ਕੀ ਤੁਹਾਨੂੰ ਉਹ ਕੁਐਸਚਨ ਆਉਂਦੇ ਆ। ਜੇ ਤੁਹਾਨੂੰ ਇਹ ਕੁਐਸਚਨ ਆਉਂਦੇ ਆ ਇਟ ਮੀਨਸ ਯੂ ਆਰ ਔਨ ਦ ਰਾਈਟ ਟਰੈਕ, ਠੀਕ ਹੈ। ਸ਼ੁਰੂ ਕਰਦੇ ਹਾਂ ਜੀ ਬਿਨਾਂ ਕਿਸੇ ਦੇਰੀ ਤੋਂ। ਪਹਿਲਾ ਕੁਐਸਚਨ, Francis Bacon is famously known in English literature as the father of English dash novel, drama, prose, criticism। ਤਾਂ ਇਹ ਪਹਿਲਾ ਕੁਐਸਚਨ ਬਹੁਤ ਸੌਖਾ ਹੈ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਬੱਚੇ ਨੂੰ ਇਹ ਕੁਐਸਚਨ ਨਹੀਂ ਆਉਂਦਾ ਹੋਏਗਾ। ਐਜ਼ ਯੂ ਨੋ ਫ੍ਰਾਂਸਿਸ ਬੇਕਨ ਨੂੰ ਸਭ ਜਾਣਦੇ ਆ, ਫ੍ਰਾਂਸਿਸ ਬੇਕਨ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਕਰਵਾਇਆ ਗਿਆ ਹੈ। ਫ੍ਰਾਂਸਿਸ ਬੇਕਨ ਨੂੰ ਕੀ ਬੋਲਿਆ ਜਾਂਦਾ, ਕਿਹੜੀ ਟੈਗ ਲਾਈਨ ਇਹਨਾਂ ਨੂੰ ਮਿਲੀ ਹੈ, ਹੀ ਇਜ਼ ਨੋਨ ਐਜ਼ ਫਾਦਰ ਆਫ ਇੰਗਲਿਸ਼ ਐਸੇ ਔਰ ਇੰਗਲਿਸ਼ ਪ੍ਰੋਜ਼, ਠੀਕ ਹੈ। ਇਸੇ ਤਰ੍ਹਾਂ ਹੋਰ ਵੀ ਇੰਗਲਿਸ਼ ਲਿਟਰੇਚਰ ਦੇ ਵਿੱਚ ਬਹੁਤ ਸਾਰੇ ਫਾਦਰਸ ਮੰਨੇ ਜਾਂਦੇ ਆ, ਜਿੱਦਾਂ ਫਾਦਰ ਆਫ ਇੰਗਲਿਸ਼ ਪੋਇਟਰੀ, ਯੂ ਮਸਟ ਨੋ ਫਾਦਰ ਆਫ ਇੰਗਲਿਸ਼ ਪੋਇਟਰੀ ਕੌਣ ਹੈ, ਚੌਸਰ। ਜੈਫਰੀ ਚੌਸਰ ਨੂੰ ਮੰਨਿਆ ਜਾਂਦਾ that he is father of English poetry, ਠੀਕ ਹੈ। ਇਸੇ ਤਰ੍ਹਾਂ ਪ੍ਰਿੰਸ ਆਫ ਐਸੇ, ਹੁਣ ਇਹ ਤਾਂ ਹੈਗੇ ਆ ਫਾਦਰ ਆਫ ਐਸੇ, who is known as ਪ੍ਰਿੰਸ ਆਫ ਐਸੇ, ਚਾਰਲਸ ਲੈਂਪ। ਤੇ ਇੱਕ ਟੈਕਨੀਕ ਦੇ ਨਾਲ ਹਮੇਸ਼ਾ PYQs ਨੂੰ ਸੋਲਵ ਕਰੋ, ਕਿਉਂਕਿ ਇੱਕ ਕੁਐਸਚਨ ਤੁਹਾਡੇ ਸਾਹਮਣੇ, ਇੱਕ ਕੁਐਸਚਨ, ਹੁਣ ਇੱਕ ਕੁਐਸਚਨ ਦੇ ਵਿੱਚੋਂ ਇੱਕ ਹੀ ਆਨਸਰ ਮਿਲੇਗਾ, ਬਟ ਅਗਰ ਤੁਸੀਂ ਵਧੀਆ ਟੈਕਨੀਕ ਦੇ ਨਾਲ, ਸਟ੍ਰੈਟੇਜੀ ਦੇ ਨਾਲ PYQs ਨੂੰ ਸੋਲਵ ਕਰ ਰਹੇ ਹੋ, ਇਟ ਮੀਨਸ ਤੁਸੀਂ ਆਪਣੀ ਤਿਆਰੀ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋ। ਜਿਵੇਂ ਹੁਣ ਇਹ ਕੁਐਸਚਨ ਹੈ, ਇੱਕ ਕੁਐਸਚਨ ਤੁਹਾਨੂੰ ਪੁੱਛਿਆ ਕਿ ਕਿਹਨੂੰ ਫਾਦਰ ਆਫ ਇੰਗਲਿਸ਼ ਪ੍ਰੋਜ਼ ਬੋਲਿਆ ਜਾਂਦਾ, ਫ੍ਰਾਂਸਿਸ ਬੇਕਨ। ਇਸੇ ਤਰ੍ਹਾਂ ਇਸੇ ਕੁਐਸਚਨ ਦੇ ਨਾਲ ਢੁਕਵੇਂ ਹੋਰ ਵੀ ਬਹੁਤ ਸਾਰੇ ਕੁਐਸਚਨ ਬਣਦੇ, ਜਿਵੇਂ ਹੂ ਇਜ਼ ਨੋਨ ਐਜ਼ ਪ੍ਰਿੰਸ ਆਫ ਇੰਗਲਿਸ਼ ਐਸੇ, ਚਾਰਲਸ ਲੈਂਪ, who is known as father of English poetry, who is known as father of English drama, who is known as father of English criticism, who is known as father of English novel, ਠੀਕ ਹੈ। ਰੋਬਿਨਸਨ ਕਰੂਸੋ ਜਿਨ੍ਹਾਂ ਨੇ ਲਿਖਿਆ ਸੀ, ਡੇਨੀਅਲ ਡਿਫੋ, ਓਕੇ, ਉਹਨਾਂ ਨੂੰ ਫਾਦਰ ਆਫ ਇੰਗਲਿਸ਼ ਨੋਵਲ ਬੋਲਿਆ ਜਾਂਦਾ ਹੈ। ਕ੍ਰਿਟਿਸਿਜ਼ਮ ਦਾ ਫਾਦਰ ਕਿਹਨੂੰ ਬੋਲਿਆ ਜਾਂਦਾ ਹੈ, ਡਰਾਮਾ ਦਾ ਫਾਦਰ ਕਿਹਨੂੰ ਬੋਲਿਆ ਜਾਂਦਾ, ਵਿਲੀਅਮ ਸ਼ੇਕਸਪੀਅਰ, ਓਕੇ। ਇਸ ਤਰੀਕੇ ਦੇ ਨਾਲ ਤੁਸੀਂ ਆਪਣੇ PYQs ਨੂੰ ਲਗਾਉਣਾ। ਅਗਲਾ ਕੁਐਸਚਨ ਦੇਖੋ ਜੀ, ਏਜ ਦੇ ਵਿੱਚੋਂ ਹੈ, ਦ ਜੈਕੋਬੀਅਨ ਏਰਾ ਇਨ ਇੰਗਲਿਸ਼ ਲਿਟਰੇਚਰ ਇਜ਼ ਨੇਮਡ ਆਫਟਰ ਵਿਚ ਮੋਨਾਰਕ। ਜੈਕੋਬੀਅਨ ਏਜ ਕਿਹੜੇ ਮੋਨਾਰਕ ਦੇ ਨਾਮ ਦੇ ਉੱਤੇ ਬਣੀ ਹੋਈ ਹੈ, ਜੇਮਸ 1, ਜੇਮਸ 2, ਚਾਰਲਸ 1, ਚਾਰਲਸ 2। ਇਹਦੇ ਵਿੱਚੋਂ ਦਾ ਰਾਈਟ ਆਪਸ਼ਨ ਕਿਹੜਾ ਆਏਗਾ, ਜੇਮਸ 1, ਠੀਕ ਹੈ। ਯਾਦ ਰੱਖਣਾ ਹੈ ਕਿ ਜੇਮਸ 1 ਦੇ ਉੱਤੇ ਜਿਹੜੀ ਹੈ ਜੈਕੋਬੀਅਨ ਏਜ ਬਣੀ ਹੋਈ ਹੈ। ਹੁਣ ਇਹਦੇ ਵਿੱਚੋਂ ਵੀ ਬਹੁਤ ਸਾਰੇ ਕੁਐਸਚਨ ਬਣ ਸਕਦੇ ਆ। ਤੁਹਾਨੂੰ ਪਤਾ ਹੈ ਕਿ ਚਾਰਲਸ 1 ਕੌਣ ਸੀ, ਚਾਰਲਸ 1 ਜੇਮਸ 1 ਦਾ ਬੇਟਾ ਹੈ, ਠੀਕ ਹੈ। ਉਸ ਤੋਂ ਬਾਅਦ ਚਾਰਲਸ 2 ਕੌਣ ਹੈ, ਚਾਰਲਸ 2 ਚਾਰਲਸ 1 ਦਾ ਬੇਟਾ ਹੈ, ਓਕੇ ਜੀ, ਯਾਦ ਸਮਝ ਆ ਗਈ। ਤੇ ਜਿਵੇਂ ਗੱਲ ਕਰਾਂ ਹੂ ਇਜ਼ ਜੇਮਸ 2, ਕਿ ਜੇਮਸ 2 ਨਾਮ ਦਾ ਵੀ ਕੋਈ ਇੰਗਲੈਂਡ ਦੇ ਵਿੱਚ ਰਾਜਾ ਹੈ ਓਬਵੀਅਸਲੀ, ਤਾਂ ਚਾਰਲਸ 2 ਦਾ ਭਰਾ ਜਿਹੜਾ ਹੈ ਉਹ ਹੈ ਜੇਮਸ 1। ਚਾਰਲਸ 2 ਦਾ ਬ੍ਰਦਰ ਦਾ ਨਾਮ ਹੈ ਜੇਮਸ 2, ਠੀਕ ਹੈ। ਹੁਣ ਇਹ ਜਿਹੜਾ ਜੇਮਸ 1 ਹੈ ਇਹ ਇੰਗਲੈਂਡ ਦਾ ਰਾਜਾ ਨਹੀਂ ਸੀ, ਇਹ ਕਿਸੇ ਹੋਰ ਦੇਸ਼ ਦਾ ਰਾਜਾ ਸੀ,
ਇਹ ਸੀ ਰਾਜਾ ਸਕॉटलैंड ਦਾ। ठीक है, फिर जो क्वीन एलिजाबेथ की डेथ हो गई, क्वीन एलिजाबेथ का कोई वारिस नहीं सी, एज शी वॉज नॉट मैरिड, तो बच्चे कित्थों होने सी। ठीक है, तो फिर उस तो बाद थ्रोन जिहड़ा खाली हो गया। हुण हू विल सिट ऑन द थ्रोन एज द टूडर डायनेस्टी हैज आल्सो एंडेड, राइट। फिर स्कॉटलैंड का राजा सी जेम्स, जिहड़ा उत्थे उहदा नाम सी जेम्स 6, ते इत्थे आके उसने अपना नाम चेंज किया जेम्स 1, ते इहनूं जैकोब बोलदे हुंदे सी लोग। ठीक है, निकनेम जैकोब, जिसके उत्ते यह नाम पिया जैकोबियन एरा। ओके, इंग्लिश हिस्टरी दे विच फर्स्ट टाइम इदां होया सी कि कोई एक राजा दो देशां नूं राज करे, तो वो सी जेम्स 1। ओके जी, इस तो बाद अपने को नेक्स्ट क्वेश्चन है, विच फेमस रिवेंज ट्रेजेडी वॉज रिटन बाय जॉन वेबस्टर। केड़ी रिवेंज ट्रेजेडी जॉन वेबस्टर द्वारा लिखी गई है? द एल्केमिस्ट, डचेस ऑफ मालफाई, वॉलपोन, स्पैनिश ट्रेजेडी। हुण इसे तरह चार ऑप्शन ने, चार दी चार ऑप्शंस नूं एनालाइज करो ताकि तुहानूं एक पीवाईक्यू दे विचों चार क्वेश्चन जिहड़े आ वो लभ जाण। ठीक है, हुण तुहानूं क्वेश्चन पूछे कि केड़ी रिवेंज ट्रेजेडी जॉन वेबस्टर ने लिखी है? द एल्केमिस्ट लिखी है, डचेस ऑफ मालफाई लिखी है, वॉलपोन या स्पैनिश ट्रेजेडी। जदों भी जॉन वेबस्टर का नाम आवे, डू यू नो जॉन हू इज जॉन वेबस्टर? जॉन वेबस्टर जैकोबियन एज दे बहुत फेमस ट्रैजिक राइटर आ, जिहड़े कि ट्रैजेडीज दे लई जाने जांदे आ। एलिजाबेथन एज तो बाद जो ड्रामा हौली हौली जैकोबियन एज दे विच पहुंचिया, तो इत्थे ड्रामे का डार्क रूप बाहर आया। मीनस डार्क ड्रामास प्रोड्यूस होने लग गए, डार्क ट्रैजेडीज प्रोड्यूस होने लग गई, ਜਿਹੜੀਆਂ कि ओपन थिएटर ਦੇ ਵਿੱਚ नहीं प्रोड्यूस ਹੁੰਦੀਆਂ ਸੀ, ਉਹਨਾਂ ਨੂੰ ਇਫੈਕਟ ਦੇਣ ਦੇ ਲਈ ਇਨਡੋਰ ਥੀਏਟਰਸ ਨੂੰ ਯੂਜ਼ ਕੀਤਾ ਜਾਂਦਾ ਸੀ, ਕਿਉਂਕਿ ਉਹਦੇ ਵਿੱਚ ਬਲੱਡ ਸ਼ੈਡ ਮਕਾਬਰੇ ਐਲੀਮੈਂਟ ਬਹੁਤ ਜ਼ਿਆਦਾ ਭਰ ਕੇ ਸੀ। ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਪਲੇਰਾਈਟ ਸੀ ਜੌਨ ਵੈਬਸਟਰ, ਹੂ ਇਜ਼ ਨੋਨ ਫॉर ਹਿਜ਼ ਰਿਵੈਂਜ ਟ੍ਰੈਜੇਡੀਜ਼। ਰਿਵੈਂਜ ਟ੍ਰੈਜੇਡੀ ਐਵੇਂ ਦੀਆਂ ਟ੍ਰੈਜੇਡੀਜ਼ ਹੁੰਦੀਆਂ ਨੇ ਜਿਸ ਦੇ ਵਿੱਚ ਇੱਕ ਰਿਵੈਂਜਰ ਹੁੰਦਾ, ਉਹ ਰਿਵੈਂਜ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਹੈ। ਸੋ ਇੱਥੇ ਜੌਨ ਵੈਬਸਟਰ ਦੀ ਰਿਵੈਂਜ ਟ੍ਰੈਜੇਡੀ ਦਾ ਨਾਮ ਹੈ ਦ ਡਚੈਸ ਆਫ ਮਾਲਫਾਈ। ਇਸੇ ਤਰ੍ਹਾਂ ਇਹਨਾਂ ਨੇ ਇੱਕ ਹੋਰ ਰਿਵੈਂਜ ਟ੍ਰੈਜੇਡੀ ਲਿਖੀ ਹੈ ਦ ਵਾਈਟ ਡੈਵਿਲ। ठीक है, ये दो बहुत ही फेमस सुपर ब्लॉकबस्टर ट्रेजेडीज गई सी जॉन वेबस्टर दियां। ठीक है जी, एल्केमिस्ट किसने लिखा है? द एल्केमिस्ट इज द कॉमेडी, इट इज रिटन बाय बेन जॉनसन। किसने लिखी है एल्केमिस्ट? बेन जॉनसन ने। ठीक है, वॉलपोन किसने लिखी है? वॉलपोन इज आल्सो रिटन बाय बेन जॉनसन, जिसदे विच बीस्ट एनिमल्स दी इमेजरी एज अ कैरेक्टर उन्होंने यूज किया गया है। स्पेनिश ट्रेजेडी किसने लिखी है? स्पेनिश ट्रेजेडी लिखी है थॉमस किड ने। हु इज थॉमस किड? वन ऑफ द यूनिवर्सिटी विट। इन्हां दी खास गल ये है कि थॉमस किड नूं यूनिवर्सिटी विट्स दे विच कंसीडर किया जाता है, बट द रियलिटी इज ही हैज़ नॉट गॉन टू एनी ऑफ द यूनिवर्सिटी। वो किसी भी यूनिवर्सिटी तो स्टडी नहीं करके आए सी, उन्हां दा राइटिंग स्टाइल मिलता सी बाकी यूनिवर्सिटी विट्स दे नाल, दैट्स वाई ही इज नोन एज यूनिवर्सिटी विट। चलो जी, अगला क्वेश्चन है, इन विच प्ले डज शेक्सपियर राइट द फेमस लाइन देयर इज डिविनिटी दैट शेप्स आवर एंड्स? किंग लियर, मैकबेथ, द टेम्पेस्ट, हैमलेट। जल्दी तो दसो व्हाट विल द राइट आंसर है? केड़ी वो प्ले है जिस दे विच शेक्सपियर ने अपनी फेमस लाइन लिखी है देयर इज डिविनिटी दैट शेप्स आवर एंड्स? देयर इज डिविनिटी दैट शेप्स आवर एंड। किंग लियर, मैकबेथ, टेम्पेस्ट या फिर हैमलेट? हाँ जी, पहला इस लाइन का मतलब समझो, कहते एक डिवाइन पावर है, रब है जो साडे अंत दी शेप करता है, जो साडी आउटकम दे बारे हमेशा डिसाइड करता है। आप जिन्ना मर्जी जोड़ लगा लिए बट जो होना है वो रब दे हथ दे विच आ, डिवाइन पावर दे हथ दे विच आ। सो दिस इज line, it is a quotation from his famous play Hamlet। ये Hamlet दे विचों लई गई quotation है, तो इनू याद रखना है। ठीक है, अगला क्वेश्चन, Ben Jonson theory of comedy is famously associated with comedy of errors, comedy of humors, comedy of manners, heroic drama। तो Ben Jonson केड़ी theory उन्होंने coin कीती सी? उन्होंने theory coin कीती सी comedy of humors, जिस दे अकॉर्डिंग उन्होंने बोलिया सी कि साडे शरीर दे विच, ह्यूमन बॉडी दे विच 4 ह्यूमर्स हुंदे आ। किन्ने हुंदे आ? 4 ह्यूमर्स, मतलब 4 फ्लूइड पाए जाते हैं। ते जदों भी कोई एक फ्लूइड
ਹਾਵੀ ਹੋ ਜਾਂਦਾ ਹੈ, ਬੈਲੈਂਸ ਤੋਂ ਜ਼ਿਆਦਾ ਹੋ ਜਾਂਦਾ ਜਾਂ ਘੱਟ ਹੋ ਜਾਂਦਾ ਹੈ। ਉਸੇ ਤਰ੍ਹਾਂ ਜਿਹੜਾ ਬੰਦੇ ਦਾ ਦਿਮਾਗ ਹੈ ਜਾਂ ਬੰਦੇ ਦਾ ਬਿਹੇਵੀਅਰ ਹੈ ਉਹ ਡਿਫਰੈਂਟ ਤਰੀਕੇ ਦੇ ਨਾਲ ਐਕਟ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦੇ ਨਾਲ ਜਿਹੜੀ ਹੈ ਉਹ ਹਾਸੀ ਜਿਹੜੀ ਸਾਡੀ ਹੈ ਉਹ ਉਤਪੰਨ ਹੁੰਦੀ ਹੈ, ਰਾਈਟ। ਸੋ ਦਿਸ ਇਜ਼ ਇੰਪੋਰਟੈਂਟ। ਉਸ ਤੋਂ ਬਾਅਦ ਤੁਹਾਨੂੰ ਚਾਰੋਂ ਫਲੂਇਡਸ ਦੇ ਨਾਮ ਪਤਾ ਹੋਣੇ ਚਾਹੀਦੇ ਆ, ਯੈਲੋ ਬਾਈਲ, ਬਲੈਕ ਬਾਈਲ, ਵੈਲਗਮ ਐਂਡ ਵਨ ਇਜ਼ ਬਲੱਡ। ਓਕੇ, ਅਗਲਾ ਜੀ, John Dryden's work All for Love is based on which Shakespearean play? Very, very, very important. Julius Caesar, Antony and Cleopatra, Othello, Romeo Juliet. John Dryden ਦਾ work ਹੈ All for Love। ਉਹ ਸ਼ੇਕਸਪੀਅਰ ਦੇ ਕਿਹੜੇ ਪਲੇ ਦੇ ਉੱਤੇ ਬੇਸਡ ਆ? ਇਹਦੇ ਉੱਤੇ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈ। All for Love ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸ਼ੇਕਸਪੀਅਰ ਦੇ ਪਲੇਸ ਕਿਸ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਆ। You should know ਕਿ ਸ਼ੇਕਸਪੀਅਰ wrote tragedies, he wrote comedies as well as he wrote tragic comedies ਜਿਸਨੂੰ ਆਪਾਂ romances ਬੋਲਦੇ ਆ। he wrote some Roman plays ਦੇ ਵਿੱਚੋਂ ਸਾਡੇ ਕੋਲ ਜੂਲੀਅਸ ਸੀਜ਼ਰ, ਐਂਟਨੀ ਐਂਡ ਕਲੀਓਪੈਟਰਾ ਤੇ ਇੱਕ ਹੋਰ ਆਂਦਾ ਇੱਕ ਹੋਰ ਹੈ, ਠੀਕ ਹੈ, ਪਲੇ। ਤੇ ਇਹ ਜਿਹੜੇ ਰੋਮੀਓ ਐਂਡ ਜੂਲੀਅਟ ਹੋ ਗਿਆ, ਇਹ ਪਹਿਲਾਂ ਵਾਲੇ ਪਲੇ ਨੇ ਉਹਨਾਂ ਦੇ। ਓਕੇ, ਹੁਣ ਜੇ ਮੈਂ ਗੱਲ ਕਰਾਂ All for Love ਲਿਖਿਆ ਹੈ ਜੌਨ ਡਰਾਈਡਨ ਨੇ। ਉਹ ਬੇਸਡ ਹੈ ਸ਼ੇਕਸਪੀਅਰ ਦੇ ਐਂਟਨੀ ਐਂਡ ਕਲੀਓਪੈਟਰਾ ਦੇ ਉੱਤੇ, ਕਿਉਂਕਿ ਉਸਨੇ ਐਂਟਨੀ ਐਂਡ ਕਲੀਓਪੈਟਰਾ ਦੀ ਹੀ ਕਹਾਣੀ All for Love ਦੇ ਵਿੱਚ ਦੱਸੀ ਆ। ਤਾਂ ਇਸ ਨੂੰ ਰਿਮੈਂਬਰ ਰੱਖਿਓ। ਇੱਕ ਇਸੇ ਤਰ੍ਹਾਂ ਜੀਵੀ ਸ਼ੋ ਦਾ ਪਲੇ ਹੈ, ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਂਟਨੀ ਐਂਡ ਕਲੀਓਪੈਟਰਾ ਦੇ ਉੱਤੇ ਬੇਸਡ ਜਿਹਾ ਹੈ, ਠੀਕ ਹੈ, ਯਾਦ ਰੱਖਣਾ ਹੈ। ਅੱਗੇ ਹੈ ਜੀ, Francis Bacon collection essay was primarily influenced by which French essayist? Francis Bacon ਨੇ ਜਿਹੜੀ ਆਪਣੀ ਐਸੇਜ਼ ਦੀ ਕਲੈਕਸ਼ਨ ਲਿਖੀ ਸੀ, ਉਹ ਕਿਹੜੇ ਫ੍ਰੈਂਚ ਐਸੇਜ਼ ਦੇ ਉੱਤੇ ਇਨਫਲੂਐਂਸ ਸੀ? ਉਹ ਸੀ ਉਹਨਾਂ ਦੇ ਜਿਨ੍ਹਾਂ ਤੋਂ ਉਹ ਬਹੁਤ ਹੈਵੀਲੀ ਇਨਫਲੂਐਂਸਡ ਸੀ, ਉਹ ਫ੍ਰੈਂਚ ਐਸੇਇਸਟ ਸੀ ਮਾਈਕਲ ਦੀ ਮੌਂਟੇਨ, ਠੀਕ ਹੈ, ਮਾਈਕਲ ਦੀ ਮੌਂਟੇਨ। ਓਕੇ, ਅਗਲਾ ਕੁਐਸਚਨ, which play by John Webster feature the character Basola? ਜੌਨ ਵੈਬਸਟਰ ਦਾ ਉਹ ਕਿਹੜਾ ਪਲੇ ਹੈ ਜਿਸ ਦੇ ਵਿੱਚ ਬਸੋਲਾ ਕੈਰੈਕਟਰ ਆਂਦਾ ਹੈ? The White Devil, Duchess of Malfoy, Devil's Law Case, Appius and Virginia। ਬਹੁਤ ਸੌਖਾ ਕੁਐਸਚਨ ਹੈ, ਇਹ ਕਈ ਵਾਰ ਪੁੱਛ ਲਿਆ ਗਿਆ ਹੈ। ਕੈਰੈਕਟਰ ਦੇ ਉੱਤੇ ਜਿਹੜੇ ਬਹੁਤ ਇੰਪੋਰਟੈਂਟ ਕੈਰੈਕਟਰ ਨੇ ਉਹਨਾਂ ਨੂੰ ਕੈਰੈਕਟਰਸ ਨੂੰ ਯਾਦ ਰੱਖਿਓ। ਤਾਂ ਬਸੋਲਾ ਜਿਹੜਾ ਕੈਰੈਕਟਰ ਹੈ ਇਹ ਕਾਫੀ ਇੰਪੋਰਟੈਂਟ ਔਰ ਤੁਸੀਂ ਵਿਲਨ ਲਾਈਕ ਕੈਰੈਕਟਰ ਇਸ ਨੂੰ ਬੋਲ ਸਕਦੇ ਹੋ। ਇਹ ਜਿਹੜਾ ਹੈ ਫੀਚਰ ਹੁੰਦਾ ਹੈ ਡਚਸ ਆਫ ਮਾਲਫਾਈ ਦੇ ਵਿੱਚ। ਜਿਹੜੀ ਡਚਸ ਹੁੰਦੀ ਹੈ ਉਹਦੇ ਦੋ ਬ੍ਰਦਰ ਹੁੰਦੇ ਆ, ਫਰਦੀਨੰਦ ਨੇ ਬਸੋਲਾ ਨੂੰ ਡਚਸ ਦੇ ਉੱਤੇ ਨਜ਼ਰ ਰੱਖਣ ਲਈ ਰੱਖਿਆ ਹੁੰਦਾ, ਸਪਾਈ, ਐਜ਼ ਅ ਸਪਾਈ, ਠੀਕ ਹੈ। ਤਾਂ ਇਹਦਾ ਜਿਹੜਾ ਹੈ ਕਾਫੀ ਲੀਡ ਕੈਰੈਕਟਰ ਇਹ ਰੋਲ ਕਰੇਗਾ ਅੱਗੇ। ਓਕੇ, ਅੱਗੇ ਹੈ ਜੀ, ਜੌਨ ਡਨ ਦੀ ਪੋਇਮ ਹੈ A Valediction Forbidding Morning। The lover souls are compared to two suns, pair of twin compasses, two ships in a storm, melting ice। ਜਦੋਂ ਤੁਸੀਂ ਜੌਨ ਡਨ ਨੂੰ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜੌਨ ਡਨ ਦਾ ਇੱਕ ਮੇਜਰ ਆਈਡੀਆ ਸੀ, he always advocates for spiritual love। ਉਹ ਆਪਣੀ ਪੋਇਮਸ ਦੇ ਵਿੱਚ ਹਮੇਸ਼ਾ ਕਲੇਮ ਕਰਦੇ ਸੀ ਕਿ spiritual love is far better than physical love, ਠੀਕ ਹੈ। ਤਾਂ ਉਹਨਾਂ ਨੇ ਆਪਣੀ ਪੋਇਮ ਦੇ ਵਿੱਚ ਇਹੀ ਚੀਜ਼ ਆਰਗੂਮੈਂਟ ਦਿੱਤਾ ਹੈ ਕਿ ਜਿਹੜਾ ਸਪਿਰਿਚੁਅਲ ਲਵ ਹੁੰਦਾ ਉਹ ਫਿਜ਼ੀਕਲ ਇੰਟੀਮੇਸੀ ਜਾਂ ਫਿਜ਼ੀਕਲ ਲਵ ਤੋਂ ਕਿਤੇ ਪਰਾਂ ਹੁੰਦਾ ਹੈ, ਠੀਕ ਹੈ। ਤਾਂ ਹੁਣ ਇਹਨਾਂ ਦੀ ਇੱਕ ਪੋਇਮ ਹੈ, ਕਾਫੀ ਮਸ਼ਹੂਰ ਪੋਇਮ ਹੈ, ਵੈਲੀਡਿਕਸ਼ਨ ਫੋਰਬਿਡਿੰਗ ਮਾਰਨਿੰਗ, ਜਿਸ ਦੇ ਵਿੱਚ ਉਹ ਇੱਕ ਦਾਸਤਾ ਦੱਸ ਰਹੇ ਇੱਕ ਕਪਲ ਦੀ ਕਿ ਇਹਦੇ ਵਿੱਚ ਜਿਹੜਾ ਸਪੀਕਰ ਹੈ, ਪੋਇਟ ਹੈ, ਉਹਨੇ ਜਾਣਾ ਹੁੰਦਾ ਕੰਟੀਨੈਂਟਲ ਯੂਰਪ ਦੇ ਵਿੱਚ ਘੁੰਮਣ ਦੇ ਲਈ ਕਾਫੀ ਟਾਈਮ ਦੇ ਲਈ, ਠੀਕ ਹੈ। ਤਾਂ ਉਹਦੀ ਵਾਈਫ ਜਿਹੜੀ ਹੈ ਉਹ ਰੋਣਾ ਸ਼ੁਰੂ ਕਰ ਦਿੰਦੀ ਆ, ਮੀਨਸ ਉਹਨੂੰ ਗਰੀਫ ਹੋ ਰਿਹਾ ਹੈ, ਉਹਨੂੰ ਡਰ ਲੱਗ ਰਿਹਾ ਹੈ ਤੇ ਉਹਨੂੰ ਦੁੱਖ ਹੋ ਰਿਹਾ ਹੈ ਕਿ ਮੇਰਾ ਹਸਬੈਂਡ ਮੈਨੂੰ ਛੱਡ ਕੇ ਜਾ ਰਿਹਾ ਜਾਂ ਮੇਰਾ ਲਵਰ ਮੈਨੂੰ ਛੱਡ ਕੇ ਜਾ ਰਿਹਾ। ਜਿਹਦੇ ਉੱਤੇ ਜਿਹੜਾ ਲਵਰ ਹੈ ਉਹ ਉਹਨੂੰ ਬੋਲਦਾ ਹੈ ਡੈਟ ਡੋਂਟ ਕਰਾਈ, ਅਗਰ ਤੂੰ ਰੋਵੇਂਗੀ ਤਾਂ ਮਤਲਬ ਇਹਦੇ ਵਿੱਚ ਉਹਨੇ ਕੁਝ ਸਿੰਬਲਸ, ਕੁਝ ਵਰਡਸ ਯੂਜ਼ ਕੀਤੇ ਹੋਏ ਆ, ਜਿਵੇਂ ਉਹਨੇ ਬੋਲਿਆ ਹੋਇਆ ਕਿ ਜਿਹੜੇ ਤੇਰੇ ਹੰਝੂਆਂ ਦੇ ਨਾਲ ਜਿਹੜੇ ਹੜ ਆਉਣਗੇ ਜਾਂ ਤੇਰੇ ਜਿਹੜੇ ਸਾਹ ਜਦੋਂ ਤੂੰ ਹਿਚਕੀਆਂ ਲਏਂਗੀ ਉਹਨਾਂ ਸਾਹਾਂ ਦੇ ਨਾਲ ਜਿਹੜਾ ਤੂਫਾਨ ਚੱਲੇਗਾ ਉਸ ਦੇ ਨਾਲ ਸਾਡਾ ਜਿਹੜਾ ਪਿਆਰ ਹੈ, ਸੱਚਾ ਪਿਆਰ ਹੈ, ਉਹ ਬੇਇੱਜ਼ਤ ਹੋਏਗਾ।
ਸਾਡੇ ਪਿਆਰ ਦੀ ਇਨਸਲਟ ਹੋਏਗੀ। ਇਹ ਕੰਮ ਉਹ ਕਰਦੇ ਨੇ ਜਿਹੜੇ ਫਿਜ਼ੀਕਲ ਅਫੈਕਸ਼ਨ ਦੇ ਵਿੱਚ ਹੁੰਦੇ ਨੇ, ਜਿਹੜੇ ਫਿਜ਼ੀਕਲ ਲਵ ਕਰਦੇ ਨੇ। ਜਿਹੜੇ ਸਪਿਰਿਚੁਅਲ ਲਵ ਕਰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ, ਉਹ ਕਿਉਂਕਿ ਬੋਡੀ ਨੂੰ ਮਿਸ ਹੀ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਾਡਾ ਪਿਆਰ ਹੈ ਉਹ ਇਰਦ ਗਿਰਦ ਹੀ ਘੁੰਮ ਰਿਹਾ ਹੈ। ਇਹਦੇ ਵਿੱਚ ਉਸਨੇ ਬਹੁਤ ਵੱਡਾ ਇੱਕ ਕੰਸੀਟ ਯੂਜ਼ ਕੀਤਾ ਹੈ। ਵਾਟ ਇਜ਼ ਮੀਨਿੰਗ ਆਫ ਕੰਸੀਟ? ਮੈਟਾਫੋਰਿਕਲ ਕਨਸੀਟ, ਠੀਕ ਹੈ, ਜਿਸ ਨੂੰ ਆਪਾਂ ਕੰਪੈਰੀਜ਼ਨ ਬੋਲ ਦਿੰਦੇ ਆ। ਤਾਂ ਇੱਕ ਕਨਸੀਟ ਇਹਨਾਂ ਨੇ ਯੂਜ਼ ਕੀਤਾ। ਐਜ਼ ਯੂ ਨੋ ਜੌਨ ਡਨ ਇਜ਼ ਨੋਨ ਫॉर ਯੂਜ਼ਿੰਗ ਹਿਸ ਕਨਸੀਟਸ। ਇਹਨਾਂ ਦੇ ਕਨਸੀਟਸ ਕਾਫੀ ਹੱਦ ਤੱਕ ਤੁਹਾਨੂੰ ਬਹੁਤ ਸਾਰੀਆਂ ਪੋਇਮਸ ਦੇ ਵਿੱਚ ਮਿਲਣਗੇ। ਤਾਂ ਇਸ ਪੋਇਮ ਦੇ ਵਿੱਚ ਇਹਨਾਂ ਨੇ ਜਿਹੜਾ ਕਨਸੀਟ ਯੂਜ਼ ਕੀਤਾ, ਕਿਹੜਾ ਮੈਟਾਫਰ ਯੂਜ਼ ਕੀਤਾ, ਉਹ ਹੈਗਾ ਕੰਪਾਸ। ਕੰਪਾਸ ਪਤਾ ਨਾ ਤੁਹਾਨੂੰ, ਠੀਕ ਹੈ। ਕੰਪਾਸ ਕਿਵੇਂ ਦੀ ਹੁੰਦੀ ਆ? ਐਵੇਂ ਦੀ ਹੁੰਦੀ ਆ। ਮੈਥਮੈਟੀਕਲ ਕੰਪਾਸ ਆ ਨੀਡਲ ਹੈ ਜਿਹਦੇ ਨਾਲ ਆਪਾਂ ਰਾਉਂਡ ਬਣਾਉਂਦੇ ਆ। ਇਹਦੇ ਵਿੱਚ ਉਹਨੇ ਮੈਥਮੈਟੀਕਲ ਪੇਅਰ ਆਫ ਟਵਿਨ ਕੰਪਾਸ ਦੇ ਨਾਲ ਇਸ ਨੂੰ ਕੰਪੇਅਰ ਕੀਤਾ ਹੈ ਕਿ ਆਪਣਾ ਪਿਆਰ ਕੰਪਾਸ ਵਰਗਾ ਹੈ। ਕੰਪਾਸ ਦੇ ਵਿੱਚ ਉਹਨੇ ਬੋਲਿਆ ਵੀ ਜਿਹੜਾ ਤਾਂ ਫੁੱਟ, ਜਿਵੇਂ ਮੰਨ ਲਓ ਇੱਕ ਤਾਂ ਫੁੱਟ ਹੈ ਉਹ ਖੜਾ ਹੈ ਤੇ ਦੂਸਰੇ ਫੁੱਟ ਨੇ ਘੁੰਮ ਕੇ ਸਰਕਲ ਬਣਾਉਣਾ, ਵੀ ਜਿਹੜਾ ਇਹ ਖੜਾ ਸਟਿਲ ਫੁੱਟ ਹੈ ਉਹ ਤੁਸੀਂ ਹੋ, ਮਤਲਬ ਵਾਈਫ ਹੈ ਜਾਂ ਬਿਲਵਡ ਹੈ। ਔਰ ਜਿਹੜਾ ਆਹ ਘੁੰਮ ਰਿਹਾ ਹੈ ਜਿਹਨੇ ਸਰਕਲ ਬਣਾਉਣਾ ਹੈ, ਪਰਫੈਕਟ ਸਰਕਲ ਬਣਾਉਣਾ ਹੈ, ਮਤਲਬ ਜਿਹੜਾ ਕਿ ਵਾਕਿੰਗ ਫੁੱਟ ਹੈ, ਇਹਨੂੰ ਆਪਾਂ ਬੋਲਾਂਗੇ ਵਾਕਿੰਗ ਫੁੱਟ, ਰਾਈਟ। ਤੁਹਾਨੂੰ ਪਤਾ ਜਦੋਂ ਵੀ ਆਪਾਂ ਸਰਕਲ ਬਣਾਉਂਦੇ ਐਵੇਂ ਹੀ ਹੁੰਦਾ ਨਾ। ਆਹ ਸਟਿਲ ਫੁੱਟ ਹੈ, ਆ ਖੜਾ ਹੈ, ਤੇ ਜਿਹਨੇ ਸਰਕਲ ਬਣਾਉਣਾ ਉਹਨੂੰ ਓਬਵੀਅਸਲੀ ਘੁੰਮਣਾ ਪਏਗਾ। ਇਸ ਤਰ੍ਹਾਂ ਕਰਕੇ ਉਹ ਸਰਕਲ ਜਿਹੜਾ ਹੈ ਬਣੇਗਾ। ਜਿਹੜਾ ਵਾਕਿੰਗ ਫੁੱਟ ਹੈ ਉਹ ਖੁਦ ਨੂੰ ਬੋਲਦਾ ਡੈਟ ਆਈ ਐਮ ਵਾਕਿੰਗ ਫੁੱਟ, ਠੀਕ ਹੈ। ਤੇ ਕਹਿੰਦਾ ਵੀ ਜਿਵੇਂ ਜਿਵੇਂ ਮੈਂ ਘੁੰਮੂੰਗਾ ਉਸ ਤਰ੍ਹਾਂ ਤੂੰ ਲੀਨ ਹੁੰਦੀ ਰਹੇਂਗੀ। ਉਹ ਵਾਲਾ ਫੁੱਟ ਜਿਹੜਾ ਹੈ ਝੁਕਦਾ ਰਹੇਗਾ। ਮਤਲਬ ਜਦੋਂ ਤੱਕ ਤੇਰੀ ਅਟਰੈਕਸ਼ਨ, ਤੇਰਾ ਅਫੈਕਸ਼ਨ, ਤੇਰਾ ਪਿਆਰ, ਤੇਰੀ ਲੋਇਲਟੀ ਮੇਰੇ ਨਾਲ ਹੈ ਤਾਂ ਇਹਨਾਂ ਫਿਜ਼ੀਕਲ ਇੰਟੀਮੇਸੀ ਜਾਂ ਫਿਰ ਫਿਜ਼ੀਕਲ ਜਿਹੜੀ ਹੈ ਪ੍ਰੈਜ਼ੈਂਸ ਦੀ ਕੋਈ ਨੀਡ ਨਹੀਂ ਹੈ ਸਾਨੂੰ। ਸਾਡਾ ਪਿਆਰ ਕੰਪਾਸ ਵਰਗਾ ਹੈ, ਠੀਕ ਹੈ, ਜਿਹੜਾ ਹਮੇਸ਼ਾ ਨਾਲ ਨਾਲ ਰਹੇਗਾ। ਓਕੇ, ਸੋ ਇੰਪੋਰਟੈਂਟ ਹੈ। ਉਸ ਤੋਂ ਬਾਅਦ ਜੀ ਨੈਕਸਟ ਕੁਐਸਚਨ ਹੈ ਤੁਹਾਡਾ, who called Shakespeare soul of the age, the applause, delight, the wonder of our stage? ਕਿਸਨੇ ਬੋਲਿਆ ਸ਼ੇਕਸਪੀਅਰ ਦੇ ਬਾਰੇ ਇਹ ਗੱਲਾਂ? ਸੋ ਉਹ ਸੀ ਬੈਨ ਜੌਨਸਨ। ਬੈਨ ਜੌਨਸਨ ਉਹਨਾਂ ਦੇ ਰਾਈਵਲ ਵੀ ਸੀ, ਉਹਨਾਂ ਦੇ ਕੰਟੈਂਪਰਰੀ ਵੀ ਸੀ। ਕੰਟੈਂਪਰਰੀ ਉਹ ਐਲਿਜ਼ਾਬੈਥਨ ਟਾਈਮ ਦੇ ਵਿੱਚ ਨਹੀਂ ਸੀ, ਕੰਟੈਂਪਰਰੀ ਸੀ ਜੈਕੋਬੀਅਨ ਪੀਰੀਅਡ ਦੇ ਵਿੱਚ, ਠੀਕ ਹੈ। ਐਜ਼ ਯੂ ਨੋ ਵਿਲੀਅਮ ਸ਼ੇਕਸਪੀਅਰ ਨੇ ਐਲਿਜ਼ਾਬੈਥਨ ਪੀਰੀਅਡ ਦੇ ਵਿੱਚ ਵੀ ਲਿਖਿਆ, ਇਹਨਾਂ ਨੇ ਜੈਕੋਬੀਅਨ ਪੀਰੀਅਡ ਦੇ ਵਿੱਚ ਵੀ ਲਿਖਿਆ। अगला क्वेश्चन है जी, the phrase metaphysical school of poets was applied to John Donne and his followers by John Dryden, Dr. Samuel Johnson, Matthew Arnold, T.S. Eliot। एक क्वेश्चन काफी ज्यादा कंफ्यूजिंग बन सकता है, इसनों आंसर देने की कोशिश की जावे। हाँ जी, एक फ्रेज है मेटाफिजिकल स्कूल ऑफ पोएट्स, इन्होंने पूछा है कि इस दे विच ਜਿਹੜਾ ਹੈ ਫਸਟ ਅਪਲਾਈ ਕੀਤਾ ਗਿਆ ਸੀ ਜੌਨ ਡਨ ਬਾਰੇ, ਕਿਸਨੇ ਕੀਤਾ ਸੀ? ਦੇਖੋ ਜੀ, ਕੀ ਆਨਸਰ ਆਏਗਾ ਇਹਦਾ? what will the answer of this question? ਜੌਨ ਇੱਕ ਚੀਜ਼ ਇਹਦੇ ਵਿੱਚ ਯਾਦ ਰੱਖਣਾ, ਇੱਕ ਹੁੰਦਾ ਟਰਮ ਕੋਇਨ ਕਰਨਾ, ਇੱਕ ਹੁੰਦਾ ਟਰਮ ਪੋਪੂਲਰਾਈਜ਼ ਕਰਨਾ, ਠੀਕ ਹੈ। ਦੋਨਾਂ ਦੇ ਵਿੱਚ ਫਰਕ ਹੈ, ਦੋਨਾਂ ਦੇ ਵਿੱਚ ਫਰਕ ਹੈ। ਕੋਇਨ ਕੀਤੀ ਹੈ ਟਰਮ ਇਹ, ਕਿਸਨੇ ਕੋਇਨ ਕੀਤੀ ਸੀ? ਜੌਨ ਡਰਾਇਡਨ ਨੇ, ਠੀਕ ਹੈ। ਪੋਪੂਲਰਾਈਜ਼ ਕਿਸਨੇ ਕੀਤੀ? ਡਾਕਟਰ ਸੈਮੂਅਲ ਜੌਨਸਨ ਨੇ। ਹੁਣ ਇੱਥੇ ਕੁਐਸਚਨ ਸਮਝੋ, ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਇਹ ਟਰਮ ਫਸਟ ਟਾਈਮ ਕਿਸਨੇ ਅਪਲਾਈ ਕੀਤੀ ਸੀ ਜੌਨ ਡਨ ਦੇ ਲਈ ਤੇ ਉਸਦੇ ਫੋਲੋਅਰਸ ਦੇ ਲਈ। ਸੋ ਯੂ ਹੈਵ ਟੂ ਗਿਵ ਦਾ ਆਂਸਰ ਹੇਅਰ ਜੌਨ ਡਰਾਇਡਨ ਔਰ ਡਾਕਟਰ Samuel Johnson. So the right answer here will be Dr. Samuel Johnson. Dr. Samuel Johnson ਨੇ ਇੱਕ ਐਸੇ ਲਿਖਿਆ ਸੀ The Metaphysical Poets, ਜਿਸ ਦੇ ਵਿੱਚ ਉਸਨੇ ਮੈਟਾਫਿਜ਼ੀਕਲ ਟਰਮ ਨੂੰ ਜਿਹੜਾ ਹੈ ਪਹਿਲਾਂ ਦੱਸਿਆ ਹੁੰਦਾ ਕੀ ਆ। ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਵੀ देयर आर some poets ਜਿਹੜੇ ਇਸ ਕੈਟਾਗਰੀ ਦੇ ਵਿੱਚ ਆਣਗੇ, ਜਿਵੇਂ ਕਿ ਜੌਨ ਡਨ, ਹੋਰ ਬਹੁਤ ਸਾਰੇ ਜਿਹੜੇ ਮੈਟਾਫਿਜ਼ੀਕਲ ਪੋਇਟ ਸੀ। ਤਾਂ ਯਾਦ ਰੱਖਣਾ, ਕੋਇਨ ਕੀਤੀ ਹੈ ਟਰਮ ਜੌਨ ਡਰਾਇਡਨ ਨੇ, ਪੋਪੂਲਰਾਈਜ਼ ਕੀਤੀ ਹੈ ਜੌਨ ਡਨ ਨੂੰ ਪਹਿਲੀ ਵਾਰ ਯੂਜ਼ ਕੀਤਾ ਸੀ ਸੈਮੂਅਲ ਜੌਨਸਨ ਨੇ, ਠੀਕ ਹੈ। ਅਗਲਾ ਕੁਐਸਚਨ,
The theatres in England were closed by the Puritan Parliament in which year, marking the end of English Renaissance drama? ਥੀਏਟਰਸ ਬੰਦ ਕਰ ਦਿੱਤੇ ਗਏ ਸੀ ਪਿਓਰੀਟਨ ਪਾਰਲੀਮੈਂਟ ਦੁਆਰਾ ਕਿਹੜੇ ਸਾਲ ਦੇ ਵਿੱਚ? 1603, 1625, 1642 ਜਾਂ ਫਿਰ 1660? ਤਾਂ ਇਹ ਚਾਰ ਦੇ ਚਾਰ ਜਿਹੜੇ ਪੁਆਇੰਟਸ ਆ ਇੰਪੋਰਟੈਂਟ ਆ ਕਿਉਂਕਿ ਇਹ ਹਿਸਟੋਰੀਕਲ ਇਵੈਂਟ ਨੂੰ ਕਵਰ ਕਰਦੇ ਆ। 1625 ਦੇ ਵਿੱਚ ਚਾਰਲਸ वन ਨਾਮ ਦਾ ਜਿਹੜਾ ਰਾਜਾ ਹੈ ਉਹ ਥਰੋਨ ਤੇ ਬੈਠਿਆ ਸੀ, ਠੀਕ ਹੈ, ਉਹ ਥਰੋਨ ਤੇ ਬੈਠਿਆ ਸੀ। 1642 ਦੇ ਵਿੱਚ ਸਿਵਲ ਵੋਰ ਹੋਈ ਸੀ, ਰਾਈਟ। ਐਂਡ 1660 ਦੇ ਵਿੱਚ ਜਿਹੜਾ ਹੈ ਚਾਰਲਸ ਟੂ ਨੂੰ ਥਰੋਨ ਤੇ ਬਿਠਾਇਆ ਗਿਆ ਸੀ, ਚਾਰਲਸ ਟੂ ਨੂੰ ਥਰੋਨ ਤੇ ਬਿਠਾਇਆ ਗਿਆ ਸੀ, ਰਾਈਟ। ਹੁਣ ਜੇ ਮੈਂ ਗੱਲ ਕਰਾਂ ਇਹ ਜਿਹੜੇ ਥੀਏਟਰ ਬੰਦ ਕੀਤੇ ਗਏ ਸੀ ਪਿਓਰਿਟਨਸ ਦੁਆਰਾ ਤਾਂ ਉਹ ਇਸ ਟਾਈਮ ਦੇ ਅਕੋਰਡਿੰਗ 1642 ਦੇ ਵਿੱਚ ਥੀਏਟਰਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਹੀ ਈਅਰ ਹੈ ਜਦੋਂ ਬੋਲਿਆ ਜਾਂਦਾ ਇੰਗਲਿਸ਼ ਰੈਨੇਸੈਂਸ ਡਰਾਮਾ ਦਾ ਅੰਤ ਹੋਇਆ। Restoration period in English literature begins in 1660, as I have told you, Charles II बैठा सी। The restoration of which monarch to English throne, मैं आंसर भी दस ही दिता थानू, किहड़े monarch नू जिहड़ा है बिठाया गया throne दे उत्ते? Charles I, Charles II, James II, William of Orange। So the right option here will be Charles II। ਹੁਣ ਇੱਥੇ ਵੀ ਇੱਕ confusing element ਆਂदा है, उस चीज़ नू समझण दी कोशिश कीती जावे। देखो आ है तुहाडा Charles I, ठीक है, ये है चार्ल्स टू, राइट। चार्ल्स वन दा बेटा है चार्ल्स टू, ओके। चार्ल्स वन दे काफी ज्यादा मतलब एवें दा तुसीं कह सकते हो एक्सपीरियंस बहुत ज्यादा वधिया नहीं रहा इंग्लैंड दे विच, ठीक है। इन्हां ने पार्लीमेंट दे नाल काफी सारी रंजिशां जिहड़ियां ने ओह पैदा कर लियां सी, जिहदे करके पार्लीमेंट खिलाफ हो गया से चार्ल्स वन दे। ते इत्थे ये टाइम पीरियड दे विच चार्ल्स वन दे राज दे दौरान सिविल वॉर लगी सी इंग्लैंड दे विच, जदों अपने ही देश दे लोग आपस दे विच लड़न बहुत वड्डे लैवल दे उत्ते। ते इत्थे ही पार्टीज वंड गईयां सी, कैवेलियर पोएट्स भी उदों ही आए, कुछ सी राजे दे सपोर्टर, कुछ सी पार्लीमेंट दे सपोर्टर, ठीक है। एंड दे विच पार्लीमेंट दी जिੱਤ होई। चार्ल्स वन ਨੂੰ ਪਬਲਿਕਲੀ ਐਗਜ਼ੀਕਿਊਟ ਕੀਤਾ ਗਿਆ। ਪਹਿਲੀ ਵਾਰ ਇੰਗਲੈਂਡ ਦੀ ਹਿਸਟਰੀ ਦੇ ਵਿੱਚ ਕਿਸੇ ਰਾਜੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਜਿਹੜਾ ਹੈ ਫਾਂਸੀ ਤੇ ਚੜਾਇਆ ਗਿਆ ਤੇ ਇਹ ਰਾਜਾ ਬਿਲਕੁਲ ਵੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸੀ। ਇੰਗਲੈਂਡ ਕਰਜ਼ੇ ਦੇ ਨੀਚੇ ਆ ਗਿਆ ਸੀ। ਜਦੋਂ ਇਸ ਨੂੰ ਫਾਂਸੀ ਦੇ ਉੱਤੇ ਚੜਾਇਆ ਗਿਆ, ਇਹਦਾ ਸਿਰ ਕਲਮ ਕਰਨਾ ਸੀ, ਫਾਂਸੀ ਨਹੀਂ ਸਿਰ ਕਲਮ, ਠੀਕ ਹੈ। ਤਾਂ ਉਸ ਟਾਈਮ ਤੇ ਇਹਨੂੰ ਜਦੋਂ ਲਿਆਂਦਾ ਗਿਆ ਤਾਂ ਇਹਨੇ ਠੰਡ ਦਾ ਟਾਈਮ ਸੀ, ਓਬਵੀਅਸਲੀ ਠੰਡ ਦੇ ਵਿੱਚ ਬੋਡੀ ਸ਼ਿਵਰ ਕਰਦੀ ਆ, ਓਬਵੀਅਸਲੀ ਉਹਦੀ ਡੈਥ ਹੋਣ ਵਾਲੀ ਆ ਤੇ ਉਹ ਬਹੁਤ ਸਾਰੇ ਕੱਪੜੇ ਪਾ ਕੇ ਆਇਆ ਸੀ, ਮਤਲਬ ਲੇਅਰਸ ਪਾ ਕੇ ਆਇਆ ਸੀ ਤਾਂ ਕਿ ਉਹਦਾ ਸਰੀਰ ਨਾ ਕੰਬੇ ਤੇ ਦੁਨੀਆ ਇਹ ਨਾ ਸਮਝੇ ਵੀ ਰਾਜਾ ਡਰ ਗਿਆ, ਠੀਕ ਹੈ। ਉਹ ਇਵੇਂ ਦਾ ਡਿਗਨੀਫਾਈਡ ਬੰਦਾ ਸੀ ਤੇ ਇਹਦਾ ਬੇਟਾ ਹੈ ਚਾਰਲਸ ਟੂ। ਜਦੋਂ ਲੋਕਾਂ ਦਾ ਰੋਸ ਚਾਰਲਸ वन ਦੇ ਖਿਲਾਫ ਗੁੱਸਾ ਆਇਆ ਤਾਂ ਉਹਨਾਂ ਨੇ ਇਹਦੇ ਬੇਟੇ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜੋ ਕਿ ਫਰਾਂਸ ਚਲੇ ਗਏ, ਠੀਕ ਹੈ। ਕਿੱਥੇ ਚਲਾ ਗਿਆ ਸੀ ਇਹ? ਫਰਾਂਸ। ਤੇ ਇਹ ਟਾਈਮ ਪੀਰੀਅਡ ਸੀ 1649 ਦਾ ਜਦੋਂ ਚਾਰਲਸ वन ਨੂੰ ਐਗਜ਼ੀਕਿਊਟ ਕੀਤਾ ਗਿਆ। ਹੁਣ 1649 ਤੋਂ ਲੈ ਕੇ 1660 मतलब किन्ने ईयर हो गए? 11 ईयर्स, 11 साल तक इंग्लैंड दे विच कोई भी थ्रोन ते नहीं बैठा। नो किंग वाज देयर, कोई भी किंग और क्वीन नहीं सी। ਇਹ जनता इंग्लैंड ਨੂੰ ਕੌਣ ਚਲਾ ਰਿਹਾ ਸੀ? इंग्लैंड ਨੂੰ ਇੱਕ ਮਿਲਟਰੀ ਲੀਡਰ ਜਿਹੜਾ ਸੀ ਉਹ ਚਲਾ ਰਿਹਾ ਸੀ, ਬਟ ਉਹ ਰਾਜਾ ਨਹੀਂ ਸੀ, ਠੀਕ ਹੈ। ਉਹ ਸਿੰਪਲ ਲੀਡਰ ਸੀ ਜਿਸਨੇ ਆਪਣੇ ਹੀ ਰਾਜ ਦੇ ਵਿੱਚ रूल्स एंड रेगूलेशन जेडे चलाए। प्योरिटन टाइम पीरियड सी, स्ट्रिक्ट रूल्स एंड रेगूलेशन, थिएटर बंद कर दिते, कोई भी गाना नहीं, नचना नहीं, ये सारिया चीज़ों ते जेडी रोक लगा दी गई सी। चार्ल्स टू फिर जो लोग इस चीज़ तो बहुत ज़्यादा तंग आ गए इन्ने रूल एंड रेगूलेशन, तो वो फ्रांस गए इंग्लैंड के लोग। तो चार्ल्स टू रिक्वेस्ट करके लेके डेट प्लीज़ कम बैक ऑन आवर थ्रोन, वी नीड मोनार्की, हमें जो है सानू मोनार्की वापस चाहिए आ। फिर चार्ल्स टू वापस गया, इंग्लैंड पहुंचा। तो हुण मैनू दसो चार्ल्स टू पहला राजा नहीं सी? नहीं सी ना। तो जदों चार्ल्स टू नू बिठाया गया थ्रोन दे उत्ते तां उस एज नू नाम दिता गया रीस्टोरेशन। हुण क्वेश्चन घुम के पता की बन सकता है? रीस्टोरेशन पीरियड इज रीस्टोरेशन ऑफ विच मोनार्क? तो प्लीज ना, रीस्टोरेशन ऑफ वट, किस चीज़ की रीस्टोरेशन है? ऑप्शन चार्ल्स वन, चार्ल्स टू, मोनार्की। तो याद रखना है कि रीस्टोर का मतलब होंदा दोबारा तो बिठाना। तो इत्थे चार्ल्स टू पहला राजा नहीं सी कि उन्होंने दोबारा तो बिठाया जाएगा। इट इज़ द रीस्टोरेशन ऑफ मोनार्की। आ लिखे हुए ना मोनार्क,
ਇਹ ਮੋਨਾਰਕੀ ਦੀ ਰੀਸਟੋਰੇਸ਼ਨ ਹੋਈ ਸੀ, ਨਾ ਕਿ ਚਾਰਲਸ ਟੂ ਦੀ। ਓਕੇ, ਸਮਝ ਆ ਗਈ? ਇਸ ਚੀਜ਼ ਨੂੰ ਯਾਦ ਰੱਖਣਾ ਹੈ। ਇਹ ਕੁਐਸਚਨ ਬਣਿਆ ਹੋਇਆ ਸੀ ਇੱਕ ਵਾਰ ਤੇ ਬਹੁਤ ਸਾਰੇ ਸਟੂਡੈਂਟ ਗਲਤ ਕਰਕੇ ਆਏ। Which monarch's accession marked the beginning of Caroline age in English literature? Caroline age ਕਿਸ ਦੀ beginning, ਕਿਸ ਦੇ ਆਉਣ ਨਾਲ ਸ਼ੁਰੂ ਹੁੰਦੀ ਆ? ਚਾਰਲਸ 1 ਦੇ ਆਉਣ ਨਾਲ। ਠੀਕ ਹੈ, ਜੇਮਸ 1 ਦਾ ਬੇਟਾ ਹੈ ਚਾਰਲਸ 1, ਉਹਨਾਂ ਦੇ ਆਉਣ ਨਾਲ ਕੈਰੋਲਿਨ ਏਜ ਸ਼ੁਰੂ ਹੁੰਦੀ ਆ। King's Bible, a landmark translation of Bible was English, was published in England. ਹਾਂਜੀ, ਕਿੰਗ ਬਾਈਬਲ ਜਿਹੜੀ ਕਿੰਗਸ ਬਾਈਬਲ ਹੈ, ਕਿੰਗ ਜੇਮਸ ਬਾਈਬਲ ਕਿਸ ਈਅਰ ਦੇ ਵਿੱਚ ਪਬਲਿਸ਼ ਹੋਈ? 1597, 1603, 1611 ਔਰ 1623। ਤਾਂ ਪਲੀਜ਼ ਯਾਦ ਰੱਖਣਾ ਇਹਦੇ ਵਿੱਚ ਕਿ ਇਹ ਫਸਟ ਪਬਲਿਸ਼ ਹੋਈ ਸੀ 1611 ਦੇ ਵਿੱਚ। ਕਿੰਗ ਜੇਮਸ ਨੇ ਆਪਣੀ ਬਾਈਬਲ ਬਣਾਈ ਸੀ ਤਾਂ ਉਹ 1611 ਟਾਈਮ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਪਬਲਿਸ਼ ਹੋਈ ਸੀ। ਤੇ ਕਿੰਗ ਜੇਮਸ ਕਦੋਂ ਥਰੋਨ ਤੇ ਬੈਠਾ ਸੀ? 1604 ਦੇ ਨੀਅਰ ਡੀਅਰ, ਰਾਈਟ। ਚਲੋ, which prominent genre of drama flourished during restoration period characterized by wit, sexual intrigue and aristocratic manner? ਜਦੋਂ ਤੁਸੀਂ ਰੀਸਟੋਰੇਸ਼ਨ ਟਾਈਮ ਪੀਰੀਅਡ ਨੂੰ ਪੜੋਗੇ ਤਾਂ ਤੁਸੀਂ ਕਹੋਗੇ ਕਿੰਨਾ ਵਲਗਰ ਲਿਟਰੇਚਰ ਆ, ਕਿੰਨਾ ਚੀਪ ਲਿਟਰੇਚਰ ਆ। ਕਿਹੜਾ ਡਰਾਮਾ ਪੀਕ ਤੇ ਪਹੁੰਚਿਆ ਸੀ? ਹੀਰੋਇਕ ਟ੍ਰੈਜੇਡੀ? ਨਹੀਂ। comedy of manners, revenge tragedy or domestic tragedy? revenge tragedy ਤਾਂ ਬਿਲਕੁਲ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਇਹ ਉਹ ਟਾਈਮ ਪੀਰੀਅਡ ਸੀ ਜਦੋਂ ਹਰ, ਜਿਵੇਂ ਆਪਾਂ ਬੋਲਦੇ ਨਾ ਪੰਜਾਬ ਦੇ ਵਿੱਚ ਇੱਟ ਚੁੱਕੋ ਤਾਂ ਸਿੰਗਰ ਮਿਲ ਜਾਂਦਾ, ਇਸੇ ਤਰ੍ਹਾਂ ਉਹ ਟਾਈਮ ਪੀਰੀਅਡ ਸੀ ਇੰਗਲੈਂਡ ਦਾ ਜਦੋਂ ਹਰ ਬੰਦਾ ਰਾਈਟਰ ਬਣ ਗਿਆ ਸੀ, ਹਰ ਬੰਦਾ ਡਰਾਮਾ ਲਿਖਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ, ਚਾਹੇ ਉਹਨਾਂ ਨੂੰ ਕਲਾਸੀਕਲ ਰੂਲ ਐਂਡ ਰੈਗੂਲੇਸ਼ਨ ਦੀ ਨੌਲੇਜ ਹੈ ਜਾਂ ਨਹੀਂ ਹੈ। ਕਿਉਂਕਿ ਜਦੋਂ ਚਾਰਲਸ ਟੂ ਥਰੋਨ ਤੇ ਬੈਠਾ, ਰੀਸਟੋਰੇਸ਼ਨ ਆਈ ਤਾਂ ਉਸ ਟਾਈਮ ਤੇ ਥੀਏਟਰਸ ਨੂੰ ਰੀਓਪਨ ਕੀਤਾ ਗਿਆ। ਹੁਣ ਤੁਸੀਂ ਇਹ ਚੀਜ਼ ਨੂੰ ਦੇਖਿਆ ਹੋਏਗਾ ਕਿ ਹਿਊਮਨ ਬਿਹੇਵੀਅਰ ਕਿਵੇਂ ਦਾ ਹੁੰਦਾ ਹੈ। ਹਿਊਮਨ ਬਿਹੇਵੀਅਰ ਜਿਸ ਚੀਜ਼ ਨੂੰ, ਹਿਊਮਨ ਨੂੰ ਜਿਸ ਚੀਜ਼ ਤੋਂ ਦੂਰ ਰੱਖਿਆ ਜਾਂਦਾ ਨਾ, ਆਪਣੇ ਅੰਦਰ ਉਨੀ ਹੀ ਜਿਗਿਆਸਾ ਹੁੰਦੀ ਹੈ ਵੀ ਪਤਾ ਨਹੀਂ ਇਹ ਕੀ ਸ਼ੈ ਹੈ ਜਿਹੜੀ ਸਾਨੂੰ ਰੋਕਿਆ ਗਿਆ। ਥੀਏਟਰ ਬੰਦ ਕਰ ਦਿੱਤੇ ਗਏ ਸੀ ਤਾਂ ਲੋਕ, ਜਦੋਂ ਥੀਏਟਰ ਖੋਲੇ ਗਏ, ਚਾਰਲਸ ਟੂ ਨੇ ਆਉਂਦਿਆਂ ਹੀ ਥੀਏਟਰ ਖੁਲਵਾ ਦਿੱਤੇ ਤਾਂ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਸੀ ਕਿ ਅਸੀਂ ਦੇਖੀਏ ਤਾਂ ਸਹੀ, ਸਾਨੂੰ ਇਸ ਚੀਜ਼ ਤੋਂ ਕਿਉਂ ਦੂਰ ਰੱਖਿਆ ਗਿਆ, ਇਹ ਜਿਹਾ ਕੀ ਹੈ ਇਸ ਚੀਜ਼ 'ਚ। ਓਕੇ, ਇਸ ਦੇ ਚੱਲਦੇ ਹੋਏ ਡਰਾਮਾ ਪੀਕ ਤੇ ਪਹੁੰਚ ਗਿਆ, ਹਰ ਬੰਦਾ ਥੀਏਟਰ ਲਿਖਣ ਲੱਗ ਗਿਆ ਤੇ ਇਹ ਕਾਮੇਡੀ ਆਫ ਮੈਨਰਸ ਜੋਨਰੇ ਜਿਹੜਾ ਹੈ ਉਹ ਫਲਰਿਸ਼ ਹੋਇਆ। ਮੈਨਰਿਜ਼ਮ ਨੂੰ ਮੌਕ ਕੀਤਾ ਗਿਆ। ਠੀਕ ਹੈ, ਸੋ ਦਿਸ ਇਜ਼ ਇੰਪੋਰਟੈਂਟ, ਯਾਦ ਰੱਖਣਾ। Who was the first official poet laureate of England appointed by Charles II in 1668? कौन पहला पोइट लरेट, ऑफिशियल पोइट लरेट बनया सी? बैन जॉनसन, जॉन मिल्टन, जॉन ड्राइडन, अलेक्जेंडर पोप। इत्थे करेक्ट आंसर लिखिया होया है जॉन ड्राइडन। इत्थे तुसी एक चीज होर याद रखनी है कि बैन जॉनसन, जिन्ना भी इंग्लिश हिस्ट्री है ਉਹਦੇ ਵਿੱਚ पहला पोइट लरेट बैन जॉनसन है, बट फर्क इन्ना का कि जो बैन जॉनसन सी वो अनऑफिशियल पोइट लरेट सी। ठीक है, वो अनऑफिशियल पोइट लरेट सी, उन्होंने पेंशन मिलती हुंदी सी। बट जिहड़ा ऑफिशियल पोइट लरेट बनने शुरू होए सी, पहला सी वो जॉन ड्राइडन सी। किस दे राज दे विच बने? चार्ल्स टू। ओके, The Cavalier poets were royalist poets who supported King Charles I during the English Civil War. Which of the following was not a Cavalier poet? इन्हां दे विचों केड़ा Cavalier poet नहीं है? Cavalier poet वो poets ने जिहड़े supporters सी चार्ल्स I दे Civil War दे विच। याद है तुहानूं, मैं दस ही दिता। तो इन्हां दे विचों केड़े poet Cavalier poet नहीं हैगे? वो हैगे जी जॉन डन। जॉन डन क्योंकि मैटाफिजिकल पोएट आ। ठीक है, जॉन डन ਤਾਂ ਬਹੁਤ ਟਾਈਮ ਪਹਿਲਾਂ ਆ ਗਏ ਸੀ। ਤੇ ਰੋਬਰਟ ਹੈਰਿਕ, ਰਿਚਰਡ ਲਵਲੇਸ, ਜੌਨ ਸਕਲਿੰਗ, ਇਹ ਸਾਰੇ ਕੈਵਲੀਅਰ ਪੋਇਟਸ ਆ। ਹਾਂਜੀ, ਦ ਗਲੋਰੀਅਸ ਰੈਵੋਲੂਸ਼ਨ ਔਰ ਬਲੱਡਲੈਸ ਰੈਵੋਲੂਸ਼ਨ permanently established parliamentary supremacy in England took place in 1660, 1688, 1700, 1649। ਹੁਣ ਸਾਰੇ ਈਅਰ, ਇਹਨਾਂ ਦੇ ਵਿੱਚੋਂ 3 ਈਅਰ ਕਾਫੀ ਇੰਪੋਰਟੈਂਟ ਆ। ਟਿਪਸ ਤੇ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ। देखो ये ਜਿਹੜਾ 1660 ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਟ ਇਜ਼ ਅ ਰੀਸਟੋਰੇਸ਼ਨ ਪੀਰੀਅਡ ਜਦੋਂ ਚਾਰਲਸ ਟੂ ਨੂੰ ਲਿਆਂਦਾ ਗਿਆ ਸੀ ਫਰਾਂਸ ਤੋਂ, ਹੈ ਨਾ। 1649 ਉਹ ਪੀਰੀਅਡ ਆ ਜਦੋਂ ਚਾਰਲਸ 1 ਨੂੰ ਮਾਰਿਆ ਗਿਆ ਪਬਲਿਕਲੀ। 1688 ਇਜ਼ ਅ ਗਲੋਰੀਅਸ ਟਾਈਮ ਪੀਰੀਅਡ, ਜਿਸ ਦਾ ਗਲੋਰੀਅਸ ਰੈਵੋਲੂਸ਼ਨ ਜਿਸ ਨੂੰ ਨਾਮ ਦਿੱਤਾ ਗਿਆ ਹੈ। ਹੁਣ ਇਹ ਕੀ ਸੀ? ਦੇਖੋ, ਜਿਹੜਾ ਚਾਰਲਸ ਟੂ ਜਦੋਂ ਥਰੋਨ ਤੇ ਬੈਠਿਆ
ਤਾਂ ਚਾਰਲਸ ਟੂ ਫਰਾਂਸ ਤੋਂ ਆਇਆ ਸੀ। 11 ਸਾਲ ਉਸਨੇ ਫ੍ਰੈਂਚ ਮੈਨਰਿਜ਼ਮ ਸਿੱਖੇ। ਉਹ ਆਪਣੇ ਨਾਲ ਬਹੁਤ ਸਾਰੇ ਤੁਸੀਂ ਕਹਿ ਸਕਦੇ ਹੋ ਐਕਟਰੈਸ ਨਾਲ ਲੈ ਕੇ ਆਇਆ ਸੀ। ਰੀਸਟੋਰੇਸ਼ਨ ਟਾਈਮ ਉਦੋਂ ਆ ਜਦੋਂ ਫੀਮੇਲ ਐਕਟਰੈਸ ਨੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਫੀਮੇਲ ਐਕਟਰਸ ਨਹੀਂ ਹੁੰਦੀਆਂ ਸੀ। ਤੇ ਜਦੋਂ ਚਾਰਲਸ ਟੂ ਆਇਆ ਤਾਂ ਫ੍ਰੈਂਚ ਮੈਨਰਿਜ਼ਮ ਬੜਾ ਫਲਰਿਸ਼ ਹੋਇਆ ਇੰਗਲੈਂਡ ਦੇ ਵਿੱਚ। ਤੇ ਇਹ ਚਾਰਲਸ ਟੂ ਬਹੁਤ ਹੀ ਬੈਡ ਕੈਰੈਕਟਰ ਦਾ ਬੰਦਾ ਸੀ, ਠੀਕ ਹੈ। ਇਹ ਰਾਜਾ ਜਿੰਨੀਆਂ ਵੀ ਨੌਕਰਾਣੀਆਂ ਸੀ, ਜਿੰਨੀਆਂ ਵੀ ਮੇਡ ਸੀ, ਇਹਦੀਆਂ ਨਿਊਮਰਸ ਮਿਸਟ੍ਰੈਸ ਸੀ ਐਂਡ ਬਹੁਤ ਸਾਰੇ ਬੱਚੇ ਸੀ। ਪਤਾ ਵੀ ਨਹੀਂ ਵੀ ਕਿੰਨੀ ਗਿਣਤੀ ਸੀ ਬੱਚਿਆਂ ਦੀ, ਇੰਨੇ ਬੱਚੇ ਸੀ। ਬਟ ਸਾਰੇ ਬੱਚੇ ਇਲੀਜੀਟੀਮੇਟ ਸੀ, ਕੋਈ ਵੀ ਇਹਨਾਂ ਦਾ ਲੀਜੀਟੀਮੇਟ ਬੱਚਾ ਨਹੀਂ ਸੀ, ਠੀਕ ਹੈ। ਉਹ ਇਹਨਾਂ ਦਾ ਵਿਆਹ ਹੋਇਆ ਵਾ ਸੀ ਤਾਂ ਕੋਈ ਬੱਚਾ ਨਹੀਂ ਅੱਗੇ ਹੋਇਆ ਸੀ। ਜਿੰਨੇ ਵੀ ਬੱਚੇ ਸੀ ਉਹ ਸਾਰੇ ਨਜਾਇਜ਼ ਬੱਚੇ ਸੀ, ਠੀਕ ਹੈ। ਹੁਣ ਇੰਗਲੈਂਡ ਦੇ ਵਿੱਚ ਰੂਲ ਸੀ ਵੀ ਜਦੋਂ ਰਾਜੇ ਦਾ ਜਾਇਜ਼ ਬੱਚਾ ਨਹੀਂ ਹੈ ਤਾਂ ਕੋਈ ਵੀ ਥਰੋਨ ਨਹੀਂ ਲੈ ਸਕਦਾ। ਓਕੇ, ਨਜਾਇਜ਼ ਇਲੀਜੀਟੀਮੇਟ ਬੱਚਿਆਂ ਨੂੰ ਤਾਂ ਥਰੋਨ ਮਿਲਦਾ ਹੀ ਨਹੀਂ ਸੀ, ਜਿਸ ਦੇ ਕਰਕੇ ਕੁਐਸਚਨ ਇਜ਼ ਹੂ ਵਿਲ ਸਿਟ ਔਨ ਥਰੋਨ ਆਫਟਰ ਚਾਰਲਸ ਟੂ। ਫਿਰ ਚਾਰਲਸ ਟੂ ਦਾ ਇੱਕ ਬ੍ਰਦਰ ਹੈ ਜਿਸ ਦਾ ਨਾਮ ਹੈ ਜੇਮਸ ਟੂ, ਠੀਕ ਹੈ, ਜੇਮਸ। ਹੁਣ ਇਹ ਜਿਹੜਾ ਜੇਮਸ ਟੂ ਹੈ ਇਹ ਕਿਹਾ ਜਾਂਦਾ ਵੀ ਕੈਥੋਲਿਕ ਸੀ। ਤੇ ਉਸ ਟਾਈਮ ਤੋਂ ਇੰਗਲੈਂਡ ਦੇ ਵਿੱਚ ਮੈਰੀ ਤੋਂ ਬਾਅਦ, ਮੈਰੀ ਵਨ ਬਲੱਡੀ ਮੈਰੀ, ਉਸ ਤੋਂ ਬਾਅਦ ਕੋਈ ਵੀ ਕੈਥੋਲਿਕ ਰਾਜਾ ਨਹੀਂ ਬਣਿਆ ਸੀ। ਜ਼ਿਆਦਾਤਰ ਪ੍ਰੋਟੈਸਟੈਂਟ ਧਰਮ ਹੀ ਚੱਲਦਾ ਆ ਰਿਹਾ ਸੀ, ਮੈਜੋਰਿਟੀ ਪ੍ਰੋਟੈਸਟੈਂਟ ਧਰਮ ਦੀ ਸੀ, ਕਿਉਂਕਿ ਕੁਈਨ ਮੈਰੀ ਨੇ ਇੱਕ ਐਵੇਂ ਦੀ ਛਾਪ ਛੱਡੀ ਕਿ ਕੈਥੋਲਿਕਸ ਦੇ ਲਈ ਇਮੇਜ ਬਹੁਤ ਡਾਊਨ ਹੋ ਗਈ ਸੀ। ਕੈਥੋਲਿਕਸ ਨੂੰ ਕਰੂਅਲ ਦੇ ਰੂਪ ਦੇ ਨਾਲ ਦੇਖਿਆ ਜਾਂਦਾ ਸੀ। ਤਾਂ ਇਹ ਸ਼ੱਕ ਸੀ ਕਿ ਜੇਮਸ ਟੂ ਇਜ਼ ਦਾ ਕੈਥੋਲਿਕ। ਤਾਂ ਲੋਕਾਂ ਨੂੰ ਲੱਗਿਆ ਵੀ ਅਗਰ ਜੇਮਸ ਟੂ ਥਰੋਨ ਤੇ ਬੈਠ ਗਿਆ ਤਾਂ ਕੈਥੋਲਿਕਸ ਦਾ ਹੀ ਰਾਜ ਹੋਏਗਾ, ਓਵਨ ਪ੍ਰੋਟੈਸਟੈਂਟ ਪ੍ਰਜਾ ਦੁਖੀ ਹੋਵੇਗੀ, ਕਿਉਂਕਿ ਕੁਈਨ ਮੈਰੀ ਨੇ ਪ੍ਰੋਟੈਸਟੈਂਟਸ ਦੇ ਨਾਲ ਬਹੁਤ ਬੁਰਾ ਕੀਤਾ ਸੀ, ਉਹਨਾਂ ਨੂੰ ਜਿੰਦਾ ਜਲਾ ਦਿੰਦੀ ਸੀ ਜਿੱਥੇ ਵੀ ਕੋਈ ਪ੍ਰੋਟੈਸਟੈਂਟ ਖੜਾ ਹੁੰਦਾ ਸੀ, ਠੀਕ ਹੈ। ਇਸ ਕਰਕੇ ਲੋਕਾਂ ਨੇ ਕਿਹਾ ਵੀ ਜੇਮਸ ਟੂ ਵਿਲ ਨੋਟ ਬੀ ਅ ਕਿੰਗ, ਕਿੰਗ ਨਹੀਂ ਬਣਨਾ ਚਾਹੀਦਾ। ਤੇ ਬਿਲ ਆਫ ਐਕਸਕਲੂਜਨ ਇਹਨਾਂ ਨੇ ਪਾਸ ਕੀਤਾ ਕਿ ਜੇਮਸ ਟੂ ਨੂੰ ਬਾਹਰ ਕੱਢ ਦਿੱਤਾ ਜਾਵੇ, ਦੇਸ਼ ਨਿਕਾਲਾ ਦਿੱਤਾ ਜਾਵੇ। ਫਿਰ ਕੀ ਹੋਇਆ, ਜੇਮਸ ਟੂ ਜਿਵੇਂ ਵੀ ਕਰਕੇ ਬੈਠਾ ਤਾਂ ਉਸ ਤੋਂ ਬਾਅਦ ਇਹਦੀ ਖੁਦ ਦੀ ਬੇਟੀ ਨੇ ਵਿਦਰੋਹ ਕੀਤਾ, ਠੀਕ ਹੈ, ਵਿਲੀਅਮ ਆਫ ਔਰੇਂਜ ਹੋ ਗਏ ਉਹਨਾਂ ਦੇ ਨਾਲ, ਜਿਹਦੇ ਵਿੱਚ ਜੇਮਸ ਟੂ ਨੂੰ ਲੱਗਿਆ ਵੀ ਮੇਰੇ ਘਰ ਦੀ ਗੱਲ ਆ, ਅਗਰ ਮੈਂ ਆਪਣੇ ਜਵਾਈ ਦੇ ਨਾਲ ਹੀ ਲੜੂੰਗਾ ਤਾਂ ਬਹੁਤ ਬੇਇੱਜ਼ਤੀ ਹੋ ਜਾਵੇਗੀ। ਇਸ ਦੇ ਕਰਕੇ ਉਹ ਬਿਨਾਂ ਕਿਸੇ ਵੀ ਹੱਤਿਆ ਦੇ ਜਾਂ ਬਿਨਾਂ ਕਿਸੇ ਵੀ ਮਰਡਰ ਦੇ, ਬਿਨਾਂ ਕਿਸੇ ਖੂਨ ਦੇ ਇਸ ਰੈਵੋਲੂਸ਼ਨ ਦਾ ਐਂਡ ਹੋਇਆ ਜਿਹਦੇ ਵਿੱਚ ਉਹ ਭੱਜ ਗਿਆ ਸੀ। ਇਸ ਲਈ ਇਹਨੂੰ ਬੋਲਿਆ ਜਾਂਦਾ ਬਲੱਡਲੈਸ ਰੈਵੋਲੂਸ਼ਨ, ਇਹੋ ਜਿਹਾ ਰੈਵੋਲੂਸ਼ਨ ਜਿਹਦੇ ਵਿੱਚ ਕੋਈ ਵੀ ਖੂਨ ਨਹੀਂ ਹੋਇਆ, ਠੀਕ ਹੈ, ਇੰਪੋਰਟੈਂਟ ਹੈ। Which political faction 17th century restoration England supported the exclusion bill prevent the Catholic Duke of York, Duke of York मैं दस दिता ਤੁਹਾਨੂੰ, James II, ठीक है, from inheriting the throne, Tories, Whigs, Roundhead, Levellers। ਕਿਹੜੀ political faction ਹੈ ਜਿਸਨੇ ਰੀਸਟੋਰੇਸ਼ਨ ਇੰਗਲੈਂਡ ਦੇ ਵਿੱਚ ਸਪੋਰਟ ਕੀਤਾ ਐਕਸਕਲੂਜਨ ਬਿੱਲ ਕਿ ਜੇਮਸ ਟੂ ਨਹੀਂ ਬੈਠਣਾ ਚਾਹੀਦਾ ਥਰੋਨ ਦੇ ਉੱਤੇ? ਸੋ ਕੌਣ ਸੀ ਉਹ? ਰਾਉਂਡ ਹੈਡ ਸੀ, ਟੋਰੀ ਸੀ, ਵਿਗ ਸੀ ਜਾਂ ਲੈਵਲਰ ਸੀ? ਕਾਫੀ ਇੰਪੋਰਟੈਂਟ ਇਹ ਕੁਐਸਚਨ ਬਣ ਜਾਂਦਾ ਹੈ। ਤੁਹਾਨੂੰ ਆ ਚਾਰਾਂ ਦੇ ਬਾਰੇ ਪਤਾ ਵੀ ਹੋਣਾ ਚਾਹੀਦਾ ਹੈ, ਠੀਕ ਹੈ, ਇਹ ਚਾਰਾਂ ਦੇ ਬਾਰੇ ਪਤਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਕਾਫੀ ਜ਼ਿਆਦਾ ਜ਼ਰੂਰੀ ਇਹ ਇੰਪੋਰਟੈਂਟ ਪੁਆਇੰਟ ਹੈ। ਇਹਦੇ ਵਿੱਚ ਆਪਸ਼ਨ ਆਏਗਾ ਜਦੋਂ ਇਹ 17th ਸੈਂਚੁਰੀ ਉਦੋਂ ਸੋਸਾਇਟੀ ਵਾਸ ਡਿਵਾਈਡਡ ਇਨਟੂ 2 ਸੈਕਸ਼ਨਸ, ਟੋਰੀਜ਼, ਵਿਗਸ। ਹੁਣ ਹੂ ਵਰ ਟੋਰੀਜ਼? ਸਪੋਰਟਰ ਆਫ ਕਿੰਗ, ਠੀਕ ਹੈ, ਸਪੋਰਟਰ ਆਫ ਕਿੰਗਸ। ਵਿਗਸ ਕੌਣ ਨੇ? ਜੋ ਬਾਕੀ ਜਨਤਾ ਦੇ ਸਪੋਰਟਰ ਆ, ਪਾਰਲੀਮੈਂਟ। ਸੋ ਵਿਗਸ ਸੀ ਜੋ ਨਹੀਂ ਚਾਹੁੰਦੇ ਸੀ ਵੀ ਸਾਡਾ ਰਾਜਾ ਜਿਹੜਾ ਕੈਥੋਲਿਕ ਆਵੇ। ਓਕੇ, ਤਾਂ ਉਹਨਾਂ ਨੇ ਬਿਲ ਆਫ ਐਕਸਕਲੂਜਨ ਬਿੱਲ ਜਿਹੜਾ ਹੈ ਉਹ ਪੇਸ਼ ਕੀਤਾ। ਐਕਸਕਲੂਡ ਦਾ ਮਤਲਬ ਕੱਢਿਆ ਜਾਵੇ, ਕਿ ਜੇਮਸ ਟੂ ਨੂੰ ਇੰਗਲੈਂਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਵਿਚ ਮੇਜਰ ਹਿਸਟੋਰਿਕ ਡਿਜ਼ਾਸਟਰ struck London in 1666, famously recorded in diaries of Samuel Pepys and John Evelyn? The Great Plague, the Great Fire of London, ਉਸ ਤੋਂ ਬਾਅਦ ਹੈ ਗਨ ਪਾਊਡਰ ਪਲੋਟ, ਸਪੈਨਿਸ਼ ਆਰਮਡਾ। ਹਾਂਜੀ ਦੱਸੋ ਜੀ, ਕਿਹੜੀ ਇਹ ਜੀ ਹਿਸਟੋਰਿਕ ਡਿਜ਼ਾਸਟਰ ਹੈ ਜਿਹੜੀ 1666 ਦੇ ਵਿੱਚ ਹੋਈ ਸੀ, ਜਿਹੜੀ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਡਾਇਰਿਸਟ ਆ ਸੈਮੂਅਲ ਪੈਪੀਸ ਐਂਡ ਜੋਨ ਇਵਲਿਨ, ਉਹਨਾਂ ਦੇ ਵਿੱਚ ਤੁਹਾਨੂੰ ਇਹਦਾ ਰਿਕਾਰਡ ਜਿਹੜਾ ਹੈ ਮਿਲ ਜਾਵੇਗਾ। ਜੇ ਮੈਂ ਗੱਲ ਕਰਾਂ ਸਪੈਨਿਸ਼ ਆਰਮਡਾ, ਸਪੈਨਿਸ਼ ਆਰਮਡਾ ਤਾਂ 1588 ਦੇ ਵਿੱਚ ਆਇਆ ਸੀ। ਗਨ ਪਾਊਡਰ ਪਲੋਟ 1605 ਦੇ ਵਿੱਚ ਹੋਇਆ। ਗ੍ਰੇਟ ਪਲੇਗ ਜੇ ਆਪਾਂ ਪੁਰਾਣੀ ਦੀ ਗੱਲ ਕਰੀਏ ਤਾਂ ਇਹ ਮਿਡਲ ਏਜ ਦੇ ਟਾਈਮ ਪੀਰੀਅਡ ਦੇ ਵਿੱਚ ਆਈ ਸੀ ਜਦੋਂ ਚੌਸਰ ਦਾ ਆਣਾ ਸੀ, ਠੀਕ ਹੈ। ਹੁਣ ਰਹਿ ਗਈ ਗ੍ਰੇਟ ਫਾਇਰ ਆਫ ਲੰਡਨ। ਕੀ ਗ੍ਰੇਟ ਪਲੇਗ ਆਏਗਾ ਜਾਂ ਗ੍ਰੇਟ ਫਾਇਰ ਆਫ ਲੰਡਨ ਆਏਗਾ? ਜਦ ਸੋਚ ਕੇ ਦੇਖੋ ਵੀ ਕੀ ਹੋ ਸਕਦਾ, ਕਿਉਂਕਿ ਪਲੇਗ 2 ਵਾਰ ਆਈ ਹੈ ਇੰਗਲੈਂਡ ਦੇ ਵਿੱਚ, ਠੀਕ ਹੈ।
ਪਲੇਗ 2 ਵਾਰ ਆਈ ਹੈ ਇੰਗਲੈਂਡ ਦੇ ਵਿੱਚ, ਇੱਕ ਰੀਸਟੋਰੇਸ਼ਨ ਪੀਰੀਅਡ ਦੇ ਵਿੱਚ ਵੀ ਗ੍ਰੇਟ ਪਲੇਗ ਹੋਈ ਸੀ। ਹਾਂਜੀ, ਬਟ ਜਿਹੜੀ ਜ਼ਿਆਦਾ ਵੱਡੀ ਪਲੇਗ ਆਈ ਸੀ ਮਹਾਮਾਰੀ, ਉਹ ਮਿਡਲ ਏਜ ਤੋਂ ਪਹਿਲਾਂ ਆਈ ਸੀ। ਮਿਡਲ ਏਜ ਦੇ ਟਾਈਮ ਪੀਰੀਅਡ ਦੇ ਦੌਰਾਨ 3 ਬੜੇ ਹਿਸਟੋਰੀਕਲ ਇਵੈਂਟ ਹੋਏ ਸੀ। ਇੱਕ ਤਾਂ ਉਸ ਟਾਈਮ ਤੇ ਪੀਜ਼ੈਂਟ ਰਿਵੋਲਟ ਹੋਇਆ ਸੀ, ਦੂਸਰਾ ਉਸ ਟਾਈਮ ਤੇ ਐਪੀਡੈਮਿਕ ਆਈ ਸੀ, ਤੇ 100 ਈਅਰ ਵੋਰ, ਜਿਹਦੇ ਕਰਕੇ 1/3 ਜਨਤਾ ਇੰਗਲੈਂਡ ਦੀ ਮਰ ਗਈ ਸੀ। ਠੀਕ ਹੈ, ਗ੍ਰੇਟ ਪਲੇਗ ਜਿਹੜੀ ਹੈ, ਹੁਣ ਇੱਥੇ ਆਪਸ਼ਨ ਆਪਣੇ ਕੋਲ ਆਏਗਾ ਗ੍ਰੇਟ ਫਾਇਰ ਆਫ ਲੰਡਨ। ਤੁਹਾਨੂੰ ਪਤਾ ਲੰਡਨ ਨੂੰ ਅੱਗ ਲੱਗ ਗਈ ਸੀ ਬਹੁਤ ਬੁਰੇ ਤਰੀਕੇ ਦੇ ਨਾਲ। ਠੀਕ ਹੈ, ਸੈਪਟੈਂਬਰ 2 1666 ਦੇ ਵਿੱਚ। ਓਕੇ, 1666 ਦੇ ਵਿੱਚ, ਜਿਸ ਨੇ ਪੂਰੀ ਤਰੀਕੇ ਦੇ ਨਾਲ ਲੰਡਨ ਨੂੰ ਪ੍ਰਭਾਵਿਤ ਕੀਤਾ ਸੀ। 13,000 ਘਰ ਜਲ ਗਏ ਸੀ ਤੇ 87 ਚਰਚਿਸ ਨੂੰ ਵੀ ਅੱਗ ਲੱਗ ਗਈ ਸੀ। ਅਗਲਾ ਕੁਐਸਚਨ ਹੈ, ਦ ਟਰਮ ਜੈਕੋਬੀਅਨ ਡਰਾਮਾ ਇਜ਼ ਸਪੈਸ਼ਲੀ ਫੇਮਸ ਫॉर ਵਿਚ ਇੰਟੈਂਸ, ਹਾਂਜੀ, ਵਿਚ ਇੰਟੈਂਸ ਜੋਨਰੇ ਆਫ ਡਰਾਮਾ ਪੋਪੂਲਰਾਈਜ਼ਡ ਬਾय ਵੈਬਸਟਰ, ਟੋਰਨੀਓਰ ਐਂਡ ਮਿਡਲਟਨ। ਕਿਹੜੇ ਡਰਾਮਾ ਪੋਪੂਲਰਾਈਜ਼ ਕੀਤੇ ਗਏ ਵੈਬਸਟਰ ਦੁਆਰਾ, ਜਾਂ ਫਿਰ ਟੋਰਨੀਓਰ ਦੁਆਰਾ, ਜਾਂ ਮਿਡਲਟਨ ਦੁਆਰਾ? ਤਾਂ ਆਪਾਂ ਨੂੰ ਪਤਾ ਰਿਵੈਂਜ ਟ੍ਰੈਜਡੀਜ਼, ਰਿਵੈਂਜ ਟ੍ਰੈਜਡੀ। ਮਿਰੈਕਲ ਪਲੇਸ ਮਿਡਿਵਲ ਡਰਾਮਾਜ਼ ਆ, ਮੋਰੈਲਿਟੀ ਪਲੇਸ ਵੀ ਮਿਡਲ ਡਰਾਮਾਜ਼ ਆ। ਲਾਸਟ ਕੁਐਸਚਨ, ਵਿਮਨ ਵਰ ਫਸਟ ਪਰਮਿਟਡ ਟੂ ਪਰਫਾਰਮ ਔਨ ਪਬਲਿਕ ਸਟੇਜ ਇਨ ਵਿਚ ਲਿਟਰੇਰੀ ਪੀਰੀਅਡ? ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਪਹਿਲਾਂ ਔਰਤਾਂ ਨੂੰ ਇਜਾਜ਼ਤ ਨਹੀਂ ਮਿਲਦੀ ਸੀ, ਉਹ ਐਕਟਰਸ ਨਹੀਂ ਕਰ ਸਕਦੀਆਂ ਸੀ। ਤਾਂ ਇਹ ਟਾਈਮ ਪੀਰੀਅਡ ਸੀ ਰੀਸਟੋਰੇਸ਼ਨ ਟਾਈਮ ਪੀਰੀਅਡ। ਜਦੋਂ ਚਾਰਲਸ ਟੂ ਫਰਾਂਸ ਤੋਂ ਆਇਆ, ਉਹ ਆਪਣੇ ਨਾਲ ਬਹੁਤ ਸਾਰੀਆਂ ਐਕਟਰੈਸਿਸ ਲੈ ਕੇ ਆਇਆ ਸੀ, ਤੇ ਉੱਥੋਂ ਹੀ ਜਿਹੜਾ ਹੈ ਫੀਮੇਲ ਐਕਟਿੰਗ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਸੀ। ਠੀਕ ਹੈ, ਸੋ ਅੱਜ ਦੇ ਲਈ ਆਪਾਂ ਇੰਨਾ ਹੀ ਕਰਾਂਗੇ। ਅਗਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਤੁਸੀਂ ਪਾਰਟ 2 ਚਾਹੁੰਦੇ ਹੋ, ਸੋ ਰਾਈਟ ਇਨ ਕਮੈਂਟ ਸੈਕਸ਼ਨ ਦੈਟ ਵੀ ਮੈਮ ਵੀ ਵਾਂਟ ਪਾਰਟ 2। ਇਸੇ ਤਰ੍ਹਾਂ ਆਪਾਂ ਸਾਰੀਆਂ ਏਜਸ ਦੇ ਜਿਹੜੇ ਆ MCQs ਬਹੁਤ ਅੱਛੇ ਢੰਗ ਨਾਲ ਕਰਨੇ ਆ, ਤਾਂ ਕਿ ਤੁਹਾਡਾ ਕੋਈ ਵੀ ਕੁਐਸਚਨ ਇਹਨਾਂ ਦੇ ਵਿੱਚੋਂ ਆਲਮੋਸਟ ਜਿਹੜੇ ਆ ਕੁਐਸਚਨ ਜ਼ਰੂਰ ਬਣਨਗੇ। ਠੀਕ ਹੈ, ਥੈਂਕ ਯੂ ਸੋ ਵੈਰੀ ਮਚ, ਹੈਵ ਅ ਵੈਰੀ ਗੁੱਡ ਡੇ।